नहीं, ਜਦੋਂ मैं शुरू ਕੀਤਾ ਸੀ ਨਾ, ਜਦੋਂ मैं स्टार्टिंग ਕੀਤੀ ਸੀਗੀ इंडस्ट्री ਦੇ ਵਿੱਚ ਤਾਂ मैं ਉਦੋਂ ਜ਼ਰੂਰ ਸੋਚਦਾ ਸੀਗਾ। लगता है कि लोगों को लगता है कि सत्ता ऐसे कॉमेडी करता है, बट मुझे पता है कि इट्स वेरी डिफिकल्ट फॉर हिम। पंजाबी फ्रंट वेख रहे सारे ही दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸੱਤਾ ਢਿੱਲੋਂ ਐਂਡ ਗੁੰਜਨ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਵਧੀਆ ਵਧੀਆ, ਤੁਸੀਂ ਸੁਣਾਓ? ਬਸ ਬਹੁਤ ਵਧੀਆ। ਹੋਰ ਕੀ ਚੱਲੀ ਜਾਂਦਾ ਵਿਆਹ ਤੋਂ ਬਾਅਦ? ਮਤਲਬ ਫਸਟ ਟਾਈਮ ਤੁਹਾਨੂੰ ਦੇਖਿਆ ਸੀ ਆਊਟਡੋਰ, ਵੈਸੇ ਤੁਸੀਂ ਜਾਂਦੇ ਹੀ ਰਹਿੰਦੇ ਹੋ। ਹਾਂਜੀ ਹਾਂਜੀ। ਬਟ ਅੱਜ ਅਸੀਂ ਤੁਸੀਂ ਇਸ ਸਟੋਰ ਤੇ ਆਏ ਹੋ ਰੈਂਡਮਲੀ, ਅਸੀਂ ਤੁਹਾਨੂੰ ਇੰਟਰਵਿਊ ਦੇ ਲਈ ਕਰ ਲਿਆ ਕਿ ਤੁਸੀਂ ਮਨ ਜੋ ਰਿਕੁਐਸਟ ਕੀਤੀ ਤਾਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਨਾ, ਤੇ ਤੁਸੀਂ ਸਾਨੂੰ ਇੰਟਰਵਿਊ ਲਈ ਕਿਹਾ, ਕੋਈ ਗੱਲ ਨਹੀਂ। ਤੇ ਬਾਕੀ ਰਹੀ ਗੱਲ ਵਿਆਹ ਤੋਂ ਬਾਅਦ ਦੀ, ਸਾਰੇ ਕਹਿੰਦੇ ਹੁੰਦੇ ਕਹਿੰਦੇ ਵਿਆਹ ਤੋਂ ਬਾਅਦ ਲਾਈਫ ਚੇਂਜ ਹੋ ਜਾਂਦੀ, ਲਾਈਫ ਚੇਂਜ ਹੋ ਜਾਂਦੀ ਹੈ, ਬਟ ਹਜੇ ਮੇਰੀ ਤਾਂ ਕੋਈ ਹਜੇ ਇੰਨੀ ਹੋਈ ਨਹੀਂ। ਮੈਨੂੰ ਜੇ ਕੋਈ ਮਿਲਦਾ ਹੁੰਦਾ ਨਾ, ਮੈਨੂੰ ਕਹਿੰਦਾ ਹੁੰਦਾ ਵੀ ਤੇਰੀ ਭਾਈ ਵਿਆਹ ਤੋਂ ਬਾਅਦ ਲਾਈਫ ਕਿਵੇਂ ਹੋਈ ਹੈ, ਮੈਂ ਕਿਹਾ ਯਾਰ ਮੇਰੀ ਤਾਂ ਹੋਈ ਹੈ। ਕਹਿੰਦਾ ਯਾਰ ਤੂੰ ਲੱਕੀ ਬੰਦਾ ਹੈ, ਕਹਿੰਦਾ ਤੂੰ ਮੈਨੂੰ ਲੱਗਦਾ ਨਾ ਵੀ ਭਰਜਾਈ ਕੁਝ ਕਹਿੰਦੀ ਨਹੀਂ। ਮੈਂ ਕਿਹਾ ਬਿਲकुल नहीं कहती, फिलहाल मैंने हजे तक गुंजन का बड़ा साथ मुझे लगता है कि सत्ता की लाइफ में चेंज आया है कि सत्ता के कपड़े एकदम वॉश मिलते हैं लगा मिलता है, इस चीज की कोई टेंशन नहीं है अब कि मैं पता नहीं, वो तो फिर फर्ज है वो तो बनता है, मतलब आपदी वारी फर्ज है ते तुसी जो मर्जी करी जाओ। नहीं मेरा तो यही काम है भी बस, भी मेरा भी नहीं, मेरे हिसाब नाल तो सारिਆਂ ਦਾ ਇਹੀ ਕੰਮ ਹੁੰਦਾ ਹੋਊਗਾ ਵੀ ਜਦੋਂ ਇੱਕ ਵਾਈਫ ਆ ਜਾਂਦੀ ਹੈ ਤਾਂ ਅਗਲੇ ਨੂੰ ਹੋ ਜਾਂਦਾ ਵੀ ਯਾਰ ਵੀ ਹੁਣ ਕੋਈ ਚੱਕਰ ਨਹੀਂ, ਜਿੱਥੇ ਵੀ ਆਉਂਦੇ ਆ ਕੱਪੜੇ ਖੋਲ ਕੇ ਛੱਡ ਦੋ, ਆਪ ਹੀ ਚੱਕੋ। ਚਲੋ ਉਹ ਤਾਂ ਹੁੰਦਾ ਰਹਿੰਦਾ, ਕੋਈ ਗੱਲ ਨਹੀਂ। ਓਕੇ, ਤੇ ਤੁਹਾਡੀ ਦੋਨਾਂ ਦੀ ਮੁਲਾਕਾਤ ਬਾਰੇ ਅਸੀਂ ਗੱਲ ਕਰਾਂਗੇ। ਤੁਹਾਡੀ ਲਵ ਸਟੋਰੀ ਬਹੁਤ ਸੋਹਣੀ ਹੈ, ਤੁਸੀਂ ਵਲੌਗ ਦੇ ਵਿੱਚ ਦੱਸ ਚੁੱਕੇ ਹੋ, ਬਟ ਅੱਜ ਤੱਕ ਤੁਸੀਂ ਕਿਸੇ ਇੰਟਰਵਿਊ ਦੇ ਵਿੱਚ ਖੁਦ ਨੂੰ ਮਤਲਬ ਓਪਨਲੀ ਇੰਨਾ ਡਿਸਕ੍ਰਾਈਬ ਨਹੀਂ ਕੀਤਾ। ਤਾਂ ਅੱਜ ਅਸੀਂ ਤੁਹਾਡੀ ਸਟੋਰੀ ਸੁਣਨਾ ਚਾਹਾਂਗੇ ਕਿ ਕਿਵੇਂ ਤੁਸੀਂ ਇੱਕ ਦੂਜੇ ਨੂੰ ਮਿਲੇ ਹੋ ਦੋਨੋਂ। ਗੁੰਜਨ ਦੱਸ ਫਿਰ। क्योंकि मेरे नाल ज़्यादा गुंजन थोड़ा जिहा वधिया तरीके नाल दसूगी ना। ओके, मुझे लगता है कि मिलना एक बहाना होता है, लाइक ये सब डेस्टिनी होता है, और हम दोनों के मिलने के बाद तो मुझे पक्का विश्वास ही हो गया कि सब कुछ डेस्टिनी होता है, सब कुछ बाबा जी ने ऑलरेडी लिखा होता है, एक वे होता है जो हमें मिलाता है। और लाइक मैं और सत्ता अभी भी इस बारे में बात करते हैं कि लाइक कितना ज़्यादा अच्छा हुआ है हम लोगों के साथ कि सत्ता भी पंजाबी और मैं भी पंजाबी। मतलब मुझे सबसे ज़्यादा जो प्रॉब्लम लगती थी, मुझे ये लगती थी कि मैं कोई और कल्चर प्रैक्टिस नहीं कर पाऊँगी कभी भी। आफ्टर मैरिज में डरती थी कहीं मेरी शादी कहीं और हो गई तो मैं कैसे मैनेज करूँगी, मतलब। तो मुझे लगता है कि ये सब लिखा हुआ होता है, और हम किस वे के थ्रू मिले, बाबा जी ने हमारे लिए क्या वे लिखा था, वो एक फेसबुक का पेज था, वो डॉक्टरिज्म का एक पेज है जो हम लोगों ने म्यूचुअली लाइक किया हुआ था। तो उसके थ्रू ही सत्ता ने थोड़ा सर्च करके मुझे फाइंड आउट किया। हाँ, मुझे मैसेज पे मुझे फेसबुक मैसेंजर पे मैसेज किया और मैंने रिप्लाई किया, तो फिर हम लोगों का हौली हौली गल हुंदी की गल, मतलब गुंजन भाभी ਨੂੰ ਵੀ ਤੁਸੀਂ ਮੈਸੇਜ ਕੀਤਾ ਕਿ ਹੋਰ ਅੱਧੀ ਕੁੜੀਆਂ ਵੀ ਹੈ? ਨਹੀਂ ਮੇਰੇ ਗੱਲ ਨਹੀਂ, ਜਦੋਂ ਹੁਣ ਬੰਦਾ ਤੁਸੀਂ ਕਹਿ ਰਹੇ ਵੀ ਕੀ ਮੈਸੇਜ ਕੀਤਾ, ਮੈਸੇਜ ਤਾਂ ਹੈਲੋ ਆਈਦਾ ਹੀ ਹੁੰਦਾ ਉਸ ਤੋਂ ਬਾਅਦ ਤਾਂ ਫਿਰ ਲੱਗਿਆ ਨਾ ਬੜਾ ਫਲਰਟਿੰਗ ਕਰ ਰਿਹਾ ਤੁਹਾਨੂੰ ਮੈਸੇਜ ਤੋਂ। नहीं, एक्चुअली मैं टू बी वेरी ऑनेस्ट, हमारे केस में उल्टा था, सत्ता भाव खाता था और मैं बात अरे कि भी मैं एक बार भी मतलब कि मैं एक बार हेलो है करती, बाकी हम बाकी आप ही गल संभालूगी। ਕੀ ਗੱਲ ਮੁੰਡੇ ਨੂੰ ਨਹੀਂ ਪ੍ਰਪੋਜ਼ ਕਰਨਾ ਬਣਦਾ ਸੀਗਾ ਕੁੜੀ ਨੂੰ? ਹੈ ਉਸ ਤਾਂ ਭਾਲ ਕੇ ਸੀ ਵੀ ਕੁੜੀ ਮੈਨੂੰ ਪ੍ਰਪੋਜ਼ ਕਰ ਦੇ। ऐसा नहीं है ना कि मतलब ऐसा कुछ नहीं है कि लड़कियां नहीं कर सकती, ऐसा नहीं है ना। मैं नहीं मानती ये सब चीजें कि सिर्फ ये चीज लड़के ही कर सकते हैं और लड़कियां नहीं कर सकती, तो ऐसा कुछ नहीं है। जो भी है म्यूचुअल फीलिंग्स होती हैं। तो ਕਦੋਂ ਤੇ ਕਿੱਥੇ ਮਿਲੇ ਤੁਸੀਂ ਦੱਸੋ ਹੁਣ? ਫਸਟ ਟਾਈਮ ਇਹਨਾਂ ਨੂੰ ਤੇ ਵੇਖ ਕੇ ਕਿੱਦਾਂ ਦਾ ਲੱਗਿਆ ਦਿਲ 'ਚ, ਮਤਲਬ ਹੋਈ ਤੁਹਾਡੇ ਵੀ ਚੁਲਬੁਲ? ਉਹ ਤੋਂ ਬਾਅਦ ਤਾਂ ਬਸ ਫਿਰ ਇਦਾਂ ਹੀ ਆ ਵੀ ਫੈਮਿਲੀ ਨਾਲ ਹੋਇਆ, ਇੱਕ ਦੂਜੇ ਨਾਲ ਹਨਾ ਗੱਲਾਂ ਬਾਤਾਂ ਹੋਈਆਂ, ਘਰੇ ਦੱਸਿਆ, ਮੈਂ ਦੱਸਿਆ, ਗੁੰਜਨ ਨੇ ਦੱਸਿਆ, ਤੇ ਉਸ ਤੋਂ ਬਾਅਦ ਚਲੋ ਪਾਪਾ ਕਹਿੰਦੇ ਫਿਰ ਆਪਾਂ ਮਿਲ ਲੈਂਦੇ ਹਾਂ। ਮਤਲਬ ਇਟਸ ਅ ਲਵ ਮੈਰਿਜ ਜਿਹੜੀ ਤੁਸੀਂ ਅਰੇਂਜ ਬਣਾਈ ਹੈ? ਨਹੀਂ, ਅਸੀਂ ਬਲੌਗ 'ਚ ਦੱਸਿਆ ਵੀ ਸਾਡੀ ਲਵ ਮੈਰਿਜ ਹੈ। ਤੇ ਬਸ ਫਿਰ ਉਸ ਤੋਂ ਬਾਅਦ ਇਹ ਸਾਰੇ ਘਰੇ ਆਏ, ਫਿਰ ਦਰਅਸਲ ਫਿਰ ਉੱਥੇ ਬੈਠੇ ਸਾਰੇ ਗੱਲਾਂ ਬਾਤਾਂ ਕੀਤੀਆਂ, ਕਹਿੰਦੇ ਵੀ ਠੀਕ ਆ ਮੁੰਡਾ ਪਸੰਦ ਆ ਸਾਨੂੰ, ਹੈਗਾ ਠੀਕ ਆ ਭਾਈ ਕੁੜੀ ਪਸੰਦ ਆ। ਤੇ ਹੌਲੀ ਹੌਲੀ ਗੱਲ ਅੱਗੇ ਵਧੀ ਤੇ ਬਸ ਫਿਰ ਰੋਕਾ ਹੋ ਗਿਆ।
ਮਤਲਬ ਉਹੀ ਗੱਲ ਵੀ ਮੁੰਡਾ ਕੁੜੀ ਰਾਜੀ ਤੇ ਕੀ ਕਰੇਗਾ ਕਾਜੀ ਬਿਲਕੁਲ ਹਾਂ, ਤੁਹਾਡੇ ਨਾਲ ਕਿਉਂਕਿ ਇਦਾਂ ਹੁਣ ਅੱਜ ਕੱਲ ਆਪਣੇ ਪੇਰੈਂਟਸ ਵੀ ਸਮਝਦੇ ਨੇ ਹਨਾ ਵੀ ਯਾਰ ਵੀ ਆਪਣੇ ਬੱਚੇ ਆ ਤੇ ਉਹ ਇੱਕ ਚੰਗਾ ਹੀ ਮਤਲਬ ਕਿ ਚੰਗਾ ਹੀ ਡਿਸੀਜਨ ਲੈਣਗੇ, ਵੀ ਉਹ ਵਧੀਆ ਹੀ ਕਰਨਗੇ ਆਪਣੇ ਵੱਲੋਂ ਤਾਂ ਹਨਾ। ਸੋ ਹਜੇ ਤੱਕ ਤਾਂ ਵਧੀਆ ਹੀ ਹੈ। ਕਿਵੇਂ ਦਾ ਲੱਗਿਆ ਪਹਿਲਾਂ ਜਦੋਂ ਤੁਸੀਂ ਵਿਆਹ ਤੋਂ ਪਹਿਲਾਂ ਸੱਤੇ ਨੂੰ ਮਿਲੇ ਸੀ ਤੇ ਵਿਆਹ ਤੋਂ ਬਾਅਦ ਕੀ ਚੇਂਜ ਲੱਗਿਆ ਇਹਨਾਂ ਦੇ ਨੇਚਰ ਵਿੱਚ? सेम ही है, ओके ऐसा कोई चेंज नहीं है सत्ता में। सत्ता बहुत ही स्वीटेस्ट पर्सन एक्चुअली। और ना अब हमारे जो यूट्यूब ब्लॉग्स में भी लोगों के कमेंट आते हैं कि सत्ता बहुत स्वीट है। एक्चुअली भी बहुत स्वीट है एंड बिफोर भी ऐसा ही था एंड आफ्टर मैरिज भी ही इज़ द सेम काइंड ऑफ पर्सन। ऐसा कुछ भी नहीं है, कोई चेंज नहीं आया। मतलब तो चलो ਤੁਸੀਂ ਚੰਗੀ ਗੱਲਾਂ ਤਾਂ ਦੱਸ ਹੀ ਦਿੱਤੀ, बुरी गला तो सब ਯਾ ਕੋਈ ਬੁਰਾਈ ਵੀ ਦੱਸ ਹੀ ਦੋ ਹੈ ਹੁਣ ਤਾਂ। ਬੁਰਾਈ ਨਹੀਂ ਕਹਿ ਸਕਦੇ ਉਹਨੂੰ ਆਪਾਂ ਇਦਾਂ ਕਹਿ ਸਕਦੇ ਆ ਵੀ ਇਹਦਾ ਕੋਈ ਇੱਕ ਵਧੀਆ ਗੱਲ ਮਤਲਬ ਕਿ ਬੁਰਾਈ ਤਾਂ ਚੰਗੀ ਗੱਲ ਤਾਂ ਹੋਏਗਾ, ਇੱਕ ਮਾੜੀ ਗੱਲ ਵੀ ਦੱਸ ਹੀ ਦੋ। ਦੱਸ ਦੇ ਗੁੰਜਨ, ਤਾਂ ਸੋਚ ਰਹੀ ਹੈ ਵੀ ਕਿਹੜੀ ਦੱਸਾਂ? नहीं, टू बी वेरी ऑनेस्ट मेरे दिमाग में भी फिलहाल कोई माड़ी ਕਿਉਂਕਿ ਹੈ ਉਹੀ ਗੱਲ ਹੈ ਨਾ, ਹੈ ਹੀ ਨਹੀਂ। ਦਿਮਾਗ ਚ ਆਉਗੀ ਤਾਂ ਹੀ ਹੈ। ਤਾਂ ਇੱਕ ਦੂਜੇ ਨਾਲ ਵਿਆਹ ਤੋਂ 1 ਸਾਲ ਹੋ ਚੁੱਕਿਆ ਹੈ, ਕਿਵੇਂ ਦੀ ਅੰਡਰਸਟੈਂਡਿੰਗ ਹੈ ਜਾਂ ਮਤਲਬ ਕੋਈ ਵੀ ਚੀਜ਼ ਕਰਨਾ ਹੋਵੇ, ਕੋਈ ਵੀ ਡਿਸੀਜਨ ਲੈਣਾ ਹੋਵੇ, ਉਹ ਕਿਵੇਂ ਮਤਲਬ ਇੱਕ ਦੂਜੇ ਤੇ ਪ੍ਰੈਸ਼ਰਾਈਜ਼ ਜਾਂ ਕਿਸੇ ਤੋਂ ਥੋਪਣਾ ਜਾਂ ਇੱਕ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੁੰਦਾ ਹੈ? ਨਹੀਂ ਫਿਲਹਾਲ ਤਾਂ ਕੁਝ ਵੀ ਇੱਕ ਦੂਜੇ ਤੇ ਥੋਪਣਾ ਤਾਂ ਹੈ ਨਹੀਂ, ਮਤਲਬ ਕਿ ਪਹਿਲੀ ਗੱਲ सारा काम गुंजन नहीं करना है। ਗੁੰਜਨ ਨਹੀਂ ਮੈਂ ਵੀ ਕਰਦਾ। ਆਹ ਦੇਖ ਲਓ ਕਮੀ ਇੱਥੋਂ ਦੀ ਆ ਹੈ ਆਫਟਰ ਆਲ, ਤੁਸੀਂ ਕਹਿੰਦੇ ਕਮੀਆਂ ਨਹੀਂ ਹੈ। ਨਹੀਂ ਉਹ ਤਾਂ ਚਲੋ ਇੰਨਾ ਕੁ ਤਾਂ ਚੱਲਦਾ ਰਹਿੰਦਾ ਹਨਾ, ਇੰਨਾ ਕੁ ਤਾਂ ਹੋਣਾ ਵੀ ਚਾਹੀਦਾ ਮੇਰੇ ਹਿਸਾਬ ਨਾਲ, ਵੀ ਜ਼ਿਆਦਾ ਪਿਆਰ ਹੋਊਗਾ ਫਿਰ, ਕਿਉਂਕਿ ਇੱਕ ਪਿਆਰ ਦੇ ਵਿੱਚ ਨਾਰਾਜ਼ਗੀ ਵੀ ਹੋਣੀ ਚਾਹੀਦੀ ਹੈ ਹਨਾ, ਇੱਕ ਦੂਜੇ ਨਾਲ ਗੁੱਸੇ ਵੀ ਹੋਣਾ ਚਾਹੀਦਾ ਹਨਾ, ਤੇ ਗੁੱਸੇ ਅਸੀਂ ਹੁੰਦੇ ਵੀ ਰਹਿੰਦੇ ਆ, ਐਵੇਂ ਦੀ ਕੋਈ ਉਹ ਨਹੀਂ ਵੀ ਹਨਾ। ਤੇ ਇਹ ਕੌਣ ਮਨਾਉਂਦਾ ਕੌਣ ਜ਼ਿਆਦਾ ਮਤਲਬ ਕਿ ਉਹ ਕਰਦਾ, ਉਹ ਸਾਡੀ ਆਪਸ ਦੀ ਗੱਲ ਹੈ ਵੀ ਅਸੀਂ ਕਿਵੇਂ, ਉਹ ਸਿਚੁਏਸ਼ਨ ਹੁੰਦੀ ਹੈ, ਇੱਕ ਟਾਈਮ ਹੁੰਦਾ ਵੀ ਇਹ ਕਿਹੜਾ ਬੰਦਾ ਗਲਤ ਹੈ ਕਿਹੜਾ ਬੰਦਾ ਸਹੀ ਹੈ, ਬਟ ਅਸੀਂ ਆਪਣੀ ਗਲਤੀ ਇੱਕ ਦੂਜੇ ਨੂੰ ਮਤਲਬ ਕਿ ਦੱਸ ਦਿੰਦੇ ਵੀ ਹਾਂ ਯਾਰ ਬਾਈ ਮੇਰੀ ਗਲਤੀ ਹੈ ਹਨਾ। मतलब मैक्सिमम हम, मुझे ऐसा लग रहा है कि मैक्सिमम हम 10 मिनट से ज्यादा एक दूसरे से लड़के रह नहीं सकते। ਹਾਂ ਹਾਂ ਮਤਲਬ ਇਹਨਾਂ ਨੇ ਗੱਲ ਕੀਤੀ ਹੈ ਕਿ ਸਾਰੇ ਕੰਮ ਤੁਸੀਂ ਹੀ ਕਰਦੇ ਹੋ, ਇਹਨਾਂ ਨੂੰ ਕੁਕਿੰਗ ਵਗੈਰਾ ਕੁਝ ਆਉਂਦੀ ਹੈ, ਤੁਹਾਡੀ ਹੈਲਪ ਵਗੈਰਾ ਕਰਦੇ ਕਿ ਨਹੀਂ ਕਰਦੇ? ਦੱਸ ਦੇ ਗੁੰਜਨ। हाँ करते हैं, सत्ता मेरी हेल्प करते हैं सब। ਕੀ ਗੱਲ ਕਰੋ ਸਿਖਾ ਕੇ ਤਾਂ ਨਹੀਂ ਲਿਆਏ? ਨਹੀਂ ਨਹੀਂ नहीं ਨਹੀਂ नहीं नहीं नहीं, मतलब ऑब्वियसली मुझे लगता है कि हेल्प करनी भी चाहिए, क्योंकि वर्किंग वाइफ ਹਾਂ काम के साथ साथ पूरा किचन मैनेज करना थोड़ी देर गर्ल्स के लिए मुश्किल होता है। तो मुझे लगता है कि अब थोड़ा चेंज आ गया है सोसाइटी में, तो अब ऐसा हो गया है मतलब हमारे रिलेशन में, एंड आई थिंक मोस्ट ऑफ द रिलेशन ऐसे ही हो रहे हैं अब, क्योंकि दोनों मिलके कमाते भी हैं और दोनों मिलके किचन घर सब देखते हैं ਯਾਰ ਮੇਰੇ ਵੱਲੋਂ और ਵੀ उसी से ही लाइफ स्मूथ चलती है। ਹਾਂ ਮੈਂ ਤਾਂ ਸਮਝ ਗਈ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਜਿੰਨੇ ਵੀ ਜੀ ਮਤਲਬ ਕਿ ਹਸਬੈਂਡ ਵਾਈਫ ਹੈ, ਮਤਲਬ ਕਿ ਉਹਨਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਮਤਲਬ ਕਿ ਇਹ ਨਹੀਂ ਹੈਗਾ ਵੀ ਯਾਰ ਵੀ ਕੁੜੀ ਆ ਤਾਂ ਮਤਲਬ ਕਿ ਉਹਦੇ ਤੇ ਸਾਰਾ ਕੰਮ ਥੋਪ ਦੋ, ਨਹੀਂ ਨਹੀਂ ਐਵੇਂ ਦਾ ਕੋਈ ਉਹ ਨਹੀਂ ਹੈਗਾ, ਵੀ ਮਤਲਬ ਕਿ ਕਰਨੀ ਚਾਹੀਦੀ ਹੈ ਮਤਲਬ ਫੁੱਲੀ ਹੈਲਪ। ਸਪੋਰਟ ਕਰਦੇ ਹੋ ਤੁਸੀਂ ਇੱਕ ਬਿਲਕੁਲ ਦੂਜੇ ਨੂੰ? ਬਿਲਕੁਲ ਬਿਲकुल ਚਲੋ ਦੇਖਦੇ ਹਾਂ ਤੁਹਾਡੇ ਜੇ ਇੰਨਾ ਪਿਆਰ ਹੈ ਹੀ ਕਿ ਤੁਸੀਂ ਇੱਕ ਦੂਜੇ ਬਾਰੇ ਕਿੰਨਾ ਕੁ ਜਾਣਦੇ ਹੋ। ਸਤੇ ਦਾ ਫੇਵਰਿਟ ਫੂਡ? सत्य का फेवरेट फूड पिज्जा। ਗੁੰਜਨ का? ਗੁੰਜਨ ਨੂੰ ਤਾਂ ਗਾਰਲਿਕ ਬ੍ਰੈਡ। ਮਤਲਬ ਕਿ ਜੇ ਆਪਾਂ ਉਹਦੇ ਵਿੱਚ ਗੱਲ ਕਰੀਏ, ਕਿਹੜੀ ਚੀਜ਼ ਸੱਤਾ ਖਾਣਾ ਪਸੰਦ ਨਹੀਂ ਕਰਦੇ? सत्ता खाना केड़ी चीज पसंद नहीं करता? ਇੱਕ ਪਤਾ ਹੈ ਗੁੰਜਨ ਨੂੰ, ਕੁਇਕ ਨਹੀਂ ਪਤਾ। सत्ता केड़ी चीज खाना नहीं पसंद करता? ਇਹ ਤਾਂ ਨਹੀਂ ਵਾਈਫ ਦੀ ਗਾਲਾਂ? नहीं नहीं सत्ता ਵੈਸੇ ਵੈਸੇ थोड़ा डाइट कॉन्शियस पर्सन है, तो मीठा कम खाता है। ਵੈਸੇ ਗੁੰਜਨ ਮੈਨੂੰ ਮਤਲਬ ਕਿ ਨਾ ਕਹਿੰਦੀ ਰਹਿੰਦੀ ਆ ਵੀ ਸੱਤਾ ਵੀ ਤੂੰ ਯਾਰ ਮਤਲਬ ਕਿ ਕਿਵੇਂ ਦਾ ਵੀ ਜਿਹੜੀ ਵੀ ਚੀਜ਼ ਬਣੀ ਹੁੰਦੀ ਤੂੰ ਖਾ ਲੈਣਾ, ਕਦੇ ਵੀ ਮਨਾ ਨਹੀਂ ਕਰਦਾ। ਹੁਣ ਮੇਰਾ ਕੋਈ ਮਤਲਬ ਕਿਉਂਕਿ ਆਪ ਬਣਾਣੀ ਨਹੀਂ ਹੁੰਦੀ, ਵਾਈਫ ਨੇ ਬਣਾ ਕੇ ਦੇਣੀ ਹੈ। ਨਹੀਂ ਐਂ ਦੇ ਤਾਂ ਕੋਈ ਗੱਲ ਨਹੀਂ, ਮੇਰਾ ਨਾ ਮੇਰੀ ਆਦਤ ਹੈ ਵੀ ਮੈਂ ਗੁੰਜਨ ਨੂੰ ਵੀ ਪਤਾ ਵੀ ਗੁੰਜਨ ਹੀ ਮੈਨੂੰ ਕਹਿੰਦੀ ਹੁੰਦੀ ਹੈ ਵੀ ਯਾਰ ਕੁਛ ਨਾ ਕੁਛ ਤਾਂ ਚਾਹੀਦਾ, ਵੀ ਮੁੰਡਿਆਂ ਦੇ ਕਈ ਮੁੰਡੇ ਕਹਿੰਦੇ ਕਈ ਕਹਿੰਦੇ ਨਹੀਂ ਯਾਰ ਮੈਂ ਇਹ ਨਹੀਂ ਖਾਣਾ ਯਾਰ, ਨਹੀਂ ਮੇਰੇ 'ਚ ਹੈ ਨਹੀਂ, ਮੈਂ ਜੋ ਮਿਲਦਾ ਆਪਾਂ ਖਾ ਲਈਦਾ। नहीं मतलब अच्छे खाने को भी फटाफट चट कर जाएगा। हाँ मेरे क्या में तो कोई और नहीं है। टेस्ट कैसा है बता तो दे, मैं अच्छा बनाऊंगा। मतलब सिंपल खाना बनाऊंगे, वो थोड़ा राजमा Spicy छोले type। ऐसा सा टाइप्स। ਓਕੇ ਸੱਤਾ ਦਾ ਫੇਵਰਿਟ Song ਕਰੰਟ ਔਨ ਲੂਪ ਜਿਹੜਾ ਸੱਤਾ ਸੁਣਦਾ ਹੋ? ਗੁੰਜਨ ਤੇ ਹੀ ਹੈ ਵੀ ਗੁੰਜਨ ਪੰਜਾਬੀ ਗਾਣੇ ਬਹੁਤ
ਗੁੰਜਨ ਜਦੋਂ ਦੀ ਮੇਰੇ ਨਾਲ ਆਈ ਹੈ, ਗੁੰਜਨ ਹੁਣ ਪੰਜਾਬੀ ਗਾਣਿਆਂ ਬਾਰੇ ਥੋੜਾ ਜਿਹਾ ਪਤਾ ਲੱਗਿਆ ਹਾਂ ਹਨਾ। ਤੇ ਇਹ ਚੀਜ਼ ਲੈ ਕੇ ਗੁੰਜਨ ਤਾਂ ਮਤਲਬ ਕਿ ਗੁੰਜਨ ਨੂੰ ਮੇਰੇ ਹਿਸਾਬ ਨਾਲ ਮੈਂ ਇੱਕ ਗੱਲ ਹੋਰ ਦੱਸ ਦੇਣਾ, ਜੇ ਮੈਂ ਬੈਠਾ ਹਾਂ ਮੈਂ ਡਰਾਈਵ ਕਰਦਾ ਹੋਵਾਂ ਤੇ ਮੈਂ ਸੌਂਗ ਚੱਲਦੇ ਹੋਣ ਤਾਂ ਗੁੰਜਨ ਨੂੰ ਕੋਈ ਲੈਣਾ ਦੇਣਾ ਨਹੀਂ, ਕੋਈ ਚੱਕਰ ਨਹੀਂ, ਚਲਾਈ ਜਾ ਕੋਈ ਗੱਲ ਨਹੀਂ। ਅਸੀਂ ਜਾਂਦੇ ਰਹਿੰਦੇ, ਜਿਵੇਂ ਹੁਣ ਚਲੋ ਅਸੀਂ ਦਿੱਲੀ ਜਾਂਦੇ ਹਾਂ ਤਾਂ ਅਸੀਂ ਜ਼ਿਆਦਾਤਰ ਨਾ ਅਸੀਂ ਮਤਲਬ ਕਿ ਅਸੀਂ ਆਪ ਹੀ ਨਾ ਕਦੇ ਅਸੀਂ ਬੱਸ ਟ੍ਰੇਨ ਫਲਾਈਟ ਵਗੈਰਾ 'ਚ ਅਸੀਂ ਆਪ ਹੀ ਆਪਣੀ ਗੱਡੀ 'ਚ ਜਾਂਦੇ ਹਾਂ ਹਨਾ। ਤੇ ਮੈਂ ਆਪ ਹੀ ਖੁਦ ਡਰਾਈਵ ਕਰਦਾ ਤੇ ਗੁੰਜਨ ਨੂੰ ਪਤਾ ਹੁੰਦਾ ਵੀ ਯਾਰ ਵੀ 4-5-6 ਘੰਟਿਆਂ ਦਾ ਸਫ਼ਰ ਹੈ ਤੇ ਵੀ ਕਿਵੇਂ ਨਿਕਲੂਗਾ ਇਹਨੂੰ ਪਤਾ ਹੈ, ਤੇ ਇਹਨੇ ਆਰਾਮ ਨਾਲ ਬਹਿ ਜਾਣਾ। ਮੈਂ ਗੁੰਜਨ ਤੂੰ ਹੋ ਜਾ, ਕੋਈ ਗੱਲ ਨਹੀਂ, ਗਾਣੇ ਮੈਨੂੰ ਚਲਾਉਣ ਦੇ, ਮੈਂ ਆਪੇ ਚਲਾਈ ਜਾਊਂਗਾ। ਇਸ ਕਰਕੇ ਇਹਨੂੰ ਪਤਾ ਹੀ ਆ ਵੀ ਗਾਣੇ ਕਿਵੇਂ ਦੇ ਸੁਣਦਾ। और सत्ता का फेवरेट ट्रैक मेन क्वेश्चन या तो मतलब मुझे ਮੇਰੇ ट्रैक ਦੇ ਵਿੱਚ ਇਹੀ ਹੈ ਨਾ ਵੀ ट्रैक ਦੇ ਵਿੱਚ मैं ਇਹੀ ਦੱਸਦਾ ਵੀ ਮੈਨੂੰ ਸਾਰੇ ਹੀ ਪਸੰਦ ਨੇ। और मेरे को ऐसा लगता है कि जो सत्ता के खुद के गाने हैं ना वो सत्ता के फेवरेट है। ਸੱਤਾ ਫਿਰ ਤੁਹਾਡਾ ਜਿਹੜਾ ਫੇਵਰਿਟ ਟਰੈਕ ਹੈ ਇੱਕ ਵਾਰ ਦਰਸ਼ਕਾਂ ਦੇ ਲਈ ਹੋ ਜਵੇ। ਤੁਹਾਨੂੰ ਮੈਂ ਵੈਸੇ ਆਪਦੇ ਹੀ Song ਸੁਣਾ ਦੇਣਾ ਜਿਹੜਾ ਮਤਲਬ ਕਿ ਕਾਫੀ ਵਧੀਆ ਨਿਕਲਿਆ ਵੀ ਸੀਗਾ ਗਾਣਾ ਹਨਾ। ਹੋ ਮਾਰ ਮਾਰ ਗੇੜੇ ਮਸਾ ਪੱਟੀ ਯਾਰ ਨੇ, ਕੰਨਾਂ ਨੂੰ ਲਵਾ ਤੇ ਹਾਥੇ ਉਹਦੇ ਪਿਆਰ ਨੇ, ਉਹਦੀ ਥਾਂ ਤੇਰੇ ਹਾਜੀ ਜੀ ਮੈਂ ਕਰਦਾ, ਗੱਲਾਂ ਮਿੱਠੀਆਂ ਦਾ ਹੋਇਆ ਨਾ ਅਸਰ ਕੁੜੀ ਨੂੰ, ਉਹ ਗਿਆ ਮੈਂ ਮਿਲਣ ਬੈਗੀ ਬਾਲ ਖੋਲ ਕੇ, ਪਤਾ ਲੱਗਾ ਹੁੰਦੀ ਸੀ ਕਸਰ ਕੁੜੀ ਨੂੰ। ਠੀਕ ਹੈ, ਤੇ ਇਹ ਮਤਲਬ ਕਿ ਮੇਰਾ ਟਰੈਕ ਸੀਗਾ, ਗੁੰਜਨ ਨੂੰ ਵੀ ਪਤਾ ਹੀ ਹੈ। ਵੈਸੇ ਨਾ ਮੈਨੂੰ ਵੀ ਕੱਲ ਹੀ ਪਤਾ ਲੱਗਿਆ ਹੈ ਕਿ ਤੁਹਾਡਾ ਜਿਹੜਾ ਇੱਕ ਇੰਸਟਾਗ੍ਰਾਮ ਤੇ ਦੇਸੀ ਦਾਰੂ ਵਾਲਾ ਹੈ ਉਹ ਤੁਹਾਡਾ ਟਰੈਕ ਹੈ, ਤਾਂ ਉਹ ਹੋ ਜਵੇ ਇੱਕ ਵਾਰੀ। ਹਾਂ ਉਹ ਗਾਣਾ ਦਰਅਸਲ ਲੋਕਾਂ ਨੂੰ ਵੈਸੇ ਨਹੀਂ ਪਤਾ ਕਿ ਉਹ ਟਰੈਕ ਕਿਹਦਾ ਹੈ, ਵੀਡੀਓਜ਼ ਤਾਂ ਸਾਰੇ ਰੀਲਸ ਤਾਂ ਸਾਰੇ ਉਸ ਟਰੈਕ ਤੇ ਬਣੇ। ਦਰਅਸਲ ਨਾ ਉਹ ਟਰੈਕ ਦਾ ਕਿਸੇ ਨੂੰ ਪਤਾ ਹੀ ਨਹੀਂ, ਮਤਲਬ ਕਿ ਉਹ ਬਸ ਇੰਨਾ ਮਤਲਬ ਕਿ ਉਹ ਟਰੈਕ ਰੀਲ ਤੇ ਬਹੁਤ ਜ਼ਿਆਦਾ ਹਿੱਟ ਹੋਇਆ, ਬਹੁਤ ਜ਼ਿਆਦਾ। ਕਾਫੀ ਵੀਡੀਓ ਦਾ ਕਿਸੇ ਨੂੰ ਪਤਾ ਨਹੀਂ, ਵੀਡੀਓ ਵੀ ਮਤਲਬ ਕਿ ਸਾਡੀ ਟੀਮ ਹੈ ਜੋ ਕਿ ਇਹਨੂੰ ਗਾਇਆ ਨੇ, ਧੰਨੇ ਨੇ ਤੇ ਪਵਿੱਤਰ ਨੇ ਗਾਇਆ, ਜੋ ਕਿ ਸਾਡੀ ਇਕੱਠੀ ਟੀਮ ਹੈ ਨਾ। ਉਹ ਹੈਗਾ ਇਦਾਂ, ਉਹ ਕਹਿੰਦਾ ਦੇਸੀ ਦਾਰੂ ਮੈਂ ਨਹੀਂ ਪੀਣੀ, ਸੌਂਫੀਆ ਮੈਂ ਨਹੀਂ ਪੀਣੀ, ਮੈਂ ਹਾਂ ਸੰਤਰਾ ਕਹਿੰਦਾ ਮੈਂ ਨਹੀਂ ਪੀਣੀ, ਮੈਕਡਵਲ ਆਹ ਪੀਣੀ, ਕਹਿੰਦਾ ਉਹ ਮੈਂ ਨਹੀਂ ਪੀਣੀ, ਸ਼ਰਾਬੀ 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 ਉਹ ਸੀ ਕਹਿੰਦਾ। ਓਕੇ, ਬਾਲੀਵੁੱਡ ਇੰਡਸਟਰੀ ਦੇ ਵਿੱਚ ਤੁਸੀਂ ਕਾਫੀ ਕੰਮ ਕੀਤਾ ਹੈ, ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਹੈ ਤੇ ਕੀ ਚੀਜ਼ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਲੱਗਦੀ ਹੈ? ਵਧੀਆ ਤਾਂ ਦੇਖੋ ਵੀ ਨਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਨਾ, ਜਿਵੇਂ ਆਪਾਂ ਕੰਮ ਕਰਨ ਦਾ ਇੱਕ ਤਰੀਕਾ ਇਹ ਹੈ ਵੀ ਚੀਜ਼ਾਂ ਦਾ ਬਹੁਤ ਫਰਕ ਹੁੰਦਾ। ਜਦੋਂ ਆਪਾਂ ਬਾਲੀਵੁੱਡ 'ਚ ਜਾਂਦੇ ਹਾਂ, ਇੱਕ ਵੱਡੇ ਲੈਵਲ ਤੇ ਜਾਂਦੇ ਹਾਂ ਨਾ, ਤਾਂ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਾ। ਤੇ ਬਸ ਇਹੀ ਚੀਜ਼ਾਂ ਹੁੰਦੀਆਂ ਨੇ। ਹੁਣ ਐਕਸਪੀਰੀਅੰਸ ਤਾਂ ਇਹੀ ਰਿਹਾ ਵੀ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਸੋ ਵਧੀਆ ਕੀਤਾ, ਕਿਸੇ ਵੱਲੋਂ ਕੋਈ ਨਾਰਾਜ਼ਗੀ ਨਹੀਂ, ਕਿਸੇ ਵੱਲੋਂ ਕਿਸੇ ਨੇ ਕੋਈ ਨਿਰਾਸ਼ਾ ਨਹੀਂ ਦਿੱਤੀ ਅੱਜ ਤੱਕ ਕਿਸੇ ਚੀਜ਼ ਨੂੰ ਲੈ ਕੇ। ਸੋ ਹੁਣ ਤੱਕ ਮਤਲਬ ਕਿ ਸਿੱਖਣ ਨੂੰ ਹੀ ਮਿਲਿਆ ਬਾਲੀਵੁੱਡ ਦੇ ਵਿੱਚ। ਤਾਂ ਬਾਲੀਵੁੱਡ ਦੇ ਵਿੱਚ ਸੱਤਾ ਕਾਫੀ ਕੰਮ ਕਰਦੇ ਰਹੇ ਆ, ਉਹ ਚੀਜ਼ ਨੂੰ ਮਤਲਬ ਤੁਹਾਨੂੰ ਆਲਰੇਡੀ ਵਿਆਹ ਤੋਂ ਪਹਿਲਾਂ ਪਤਾ ਸੀਗੀ, ਤੇ ਕਿਵੇਂ ਦੀ ਫੀਲਿੰਗ ਸੀਗੀ ਸੱਤਾ ਆਲਰੇਡੀ ਬਾਲੀਵੁੱਡ ਇੰਡਸਟਰੀ 'ਚ ਕੰਮ ਕਰ ਰਿਹਾ ਕਿ ਇਨ ਫਿਊਚਰ ਮੈਂ ਵੀ ਕੰਮ ਕਰਾਂ ਜਾਂ ਐਸਾ ਕੁਝ ਤੁਹਾਡੇ ਮਾਈਂਡ ਦੇ ਵਿੱਚ ਆਇਆ ਹੋਏ? लाइक सत्ता हम बहुत सालों से इस इंडस्ट्री में हैं और मुझे ऐसा लगता है कि लोगों को लगता है कि सत्ता ऐसे कॉमेडी करता है, बट मुझे पता है कि इट्स वेरी डिफ़िकल्ट फॉर हिम। लाइक कुछ भी करना, मतलब कि ऐसा करेक्टर अपने अंदर लाना, इट्स वेरी डिफ़िकल्ट फॉर हिम। सो मैं उसको हमेशा इस चीज़ में सपोर्ट करती हूँ। मुझे नहीं फ़र्क पड़ता कि बाहर के लोग क्या सोचते हैं सत्ता के बारे में या क्या बोलते हैं, आई डोंट केयर अबाउट दैट। मेरा सपोर्ट फुल सत्ता के साथ है, ठीक है। सत्ता को जो मन है लाइफ में करने का मैं उसके साथ हूँ। एंड मैंने कभी ये नहीं सोचा कि मैं इस इंडस्ट्री में चली जाऊंगी। तो ਪਤਾ ਲੱਗਿਆ ਕਿ ਤੁਹਾਡੀ ਇੱਕ ਸ਼ਾਰਟ ਫਿਲਮ ਆ ਰਹੀ ਹੈ। ਹਾਂਜੀ, ਸਾਡੀ ਸ਼ਾਰਟ ਫਿਲਮ ਆ ਰਹੀ ਹੈ ਤੇ ਉਹਦੇ ਵਿੱਚ ਗੁੰਜਨ ਕਿਉਂਕਿ ਹਾਂ ਮੈਂ ਉਹ ਜਿਵੇਂ ਕਿ ਇੱਦਾਂ ਵੀ ਜਿਵੇਂ ਇੱਕ ਵਲੌਗਿੰਗ ਕਰਦੇ ਹਾਂ ਆਪਾਂ, ਵਲੌਗਿੰਗ ਤੇ ਇੱਕ ਪ੍ਰੋਪਰ ਜੇ ਆਪਾਂ ਸ਼ੂਟ ਕਰੀਏ ਕੈਮਰਾ ਲਈ ਹੈ ਨਾ, ਤੇ ਉਹਦੇ ਵਿੱਚ ਬੜਾ ਫਰਕ ਹੈ। ਵਲੌਗਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਵੈਸੇ ਕਿ ਕੈਮਰਾ ਆਪਾਂ ਔਨ ਕਰ ਲਿਆ ਫੋਨ ਦਾ ਤੇ ਕੈਮਰੇ ਲੁੱਕ ਦੇ ਕੇ ਸਾਰਾ ਆਪਾਂ ਕੈਪਚਰ ਕਰ ਲਿਆ, ਉਹਨੂੰ ਵਲੌਗਿੰਗ ਦਾ ਇੱਕ ਉਹ ਕਰ ਦਿੰਦੇ ਆਪਾਂ ਹੈ ਨਾ। ਹੁਣ ਸ਼ਾਰਟ ਮੂਵੀ ਦੇ ਵਿੱਚ ਕੀ ਆ, ਸ਼ਾਰਟ ਮੂਵੀ ਦੇ ਵਿੱਚ ਬੜਾ ਹੁੰਦਾ ਫਰਕ ਹੁੰਦਾ ਵੀ ਆਪਾਂ ਕੈਮਰਾ ਲੁੱਕ ਨਹੀਂ ਦੇਣੀ, ਆਪਾਂ ਇੱਦਾਂ ਕਰਨਾ, ਆ ਐਕਸਪ੍ਰੈਸ਼ਨ ਦੇਣੇ ਆ ਮਤਲਬ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ। ਹੁਣ ਗੁੰਜਨ ਮੈਂ ਕਿਹਾ ਮੈਂ ਗੁੰਜਨ ਇੱਕ ਆਪਾਂ ਸ਼ਾਰਟ ਫਿਲਮ ਕਰਦੇ ਹਾਂ, ਬਟ ਗੁੰਜਨ ਤਾਂ ਮੈਨੂੰ ਸ਼ੁਰੂ ਤੋਂ ਹੀ ਕਹਿ ਰਹੀ ਆ ਵੀ ਮੈਂ ਮਤਲਬ ਕਿ ਕਦੇ ਕਮੇਡੀਅਨ ਆਰਟਿਸਟ ਐਵੇਂ ਵੀ ਨਹੀਂ ਮਤਲਬ ਕਿ ਐਸਟੈਬਲਿਸ਼ ਹੋਣਾ ਲੋਕਾਂ ਦੇ ਵਿੱਚ। ਵਧੀਆ ਗੱਲ ਆ, ਬਹੁਤ ਵਧੀਆ ਗੱਲ ਆ, ਕਿਉਂਕਿ ਯਾਰ ਵੀ ਜ਼ਰੂਰੀ नहीं है भी बंदे की हाइट छोटी है। ये नहीं कि कॉमेडी करना बुरा है, इसलिए नहीं, बस ये लोगों को बताने के लिए कि अगर मैं डॉर्फ हूँ तो मैं सिर्फ कॉमेडी के लिए नहीं बनी हूँ। मुझे सिर्फ ये लोगों को ये बताना है, और टचवुड विद द ब्लेसिंग्स ऑफ गॉड, विद ब्लेसिंग ऑफ एवरीवन, मैं ये प्रूव भी कर पा रही हूँ। क्योंकि अब मुझे मतलब बड़े बड़े ब्रांड से मेकअप के लिए, कपड़ों के लिए
मतलब अपनी मेहनत करके। बिल्कुल वो मुझे एज अ मॉडल देखते हैं, मुझे मतलब ऑब्वियसली वो लोग देख रहे हैं कि मैं भी मॉडल बन सकती हूँ। तो बीइंग अ डॉफ ऐसा कुछ नहीं है कि मैं सिर्फ कॉमेडी के लिए ही होंगी, और मैं इसीलिए कभी भी कुछ भी कॉमेडी एक्ट नहीं करती, क्योंकि मुझे लगता है कि अगर मैं करूँगी तो मैं और इन चीज़ों को मोटिवेट ना कर दूँ कि भाई हम डॉल्फ हैं तो हम सिर्फ जोकर एज अ जोकर ही प्ले कर सकते हैं। नहीं, मैं लोगों को सिर्फ ये प्रूव करना चाहती हूँ कि मैं भी एक मॉडल बन सकती हूँ, और मैं भी बहुत सुंदर हूँ और एक नॉर्मल हाइट की मॉडल को पूरी टक्कर दे सकती हूँ। डिड यू थिंक कि ਇੱਕ ਡਾਰਫ ਹੋਣਾ मतलब अपनी ਜਿਹੜੀ ਸੋਸਾਇਟੀ ਹੈ ਉਹਨੂੰ ਬਹੁਤ ਅਜੀਬ ਜਿਹੇ ਤਰੀਕੇ ਨਾਲ ਲੈਂਦੀ ਹੈ, ਇੱਕ ਮਤਲਬ ਬੰਦੇ ਨੂੰ 네ਗੇਟਿਵ ਜੀ ਵਾਈਬ ਆਂਦੀ ਹੈ ਲੋਕਾਂ ਕੋਲੋਂ ਹਰ ਚੀਜ਼ ਦੇ ਵਿੱਚ, ਤੁਹਾਨੂੰ ਇਹ ਫੀਲਿੰਗ ਕਿਵੇਂ ਤੁਸੀਂ ਟੈਕਲ ਕਿਵੇਂ ਕਰਦੇ ਹੋ? ਜਿਹੜੀ ਨਾ ਸਾਡੀ ਸ਼ਾਰਟ ਮੂਵੀ ਆ ਰਹੀ ਹੈ ਨਾ, ਉਹ ਵੈਸੇ ਹੈਗੀ ਇਸ ਰਿਲੇਟਡ ਹੈ ਵੀ ਕੋਈ ਬੰਦਾ ਪਹਿਲੀ ਵਾਰ ਸਾਨੂੰ ਮਿਲਦਾ ਨਾ, ਤੇ ਉਹ ਕਈ ਵਾਰ ਬੰਦਾ ਮਤਲਬ ਕਿ ਨਾ ਉਹ ਮਤਲਬ ਕਿ ਪਹਿਲੀ ਵਾਰ ਬੰਦਾ ਮਿਲਦਾ ਤਾਂ ਉਹ ਕਿਵੇਂ ਰਿਐਕਟ ਕਰਦਾ, ਕੀ ਚੀਜ਼ ਹੁੰਦੀ ਹੈ, ਬਸ ਇਹ ਚੀਜ਼ ਨੂੰ ਲੈ ਕੇ ਨਾ ਥੋੜਾ ਜਿਹਾ ਬਸ ਉਹਦੇ ਲਈ ਅਸੀਂ ਇੱਕ ਮੂਵੀ ਤਿਆਰ ਕੀਤੀ ਆ, ਤੇ ਉਹਦੇ ਲਈ ਕੀ ਇੱਕ ਮਤਲਬ ਕਿ ਪ੍ਰੋਬਲਮਸ ਆਉਂਦੀਆਂ ਨੇ, ਸਾਨੂੰ ਕੀ ਫੇਸ ਕਰਨੀਆਂ ਪੈਂਦੀਆਂ ਨੇ, ਉਹ ਚੀਜ਼ਾਂ ਲੈ ਕੇ ਆ। ਕਈ ਵਾਰ ਬਾਜ਼ਾਰ ਦੇ ਵਿੱਚ ਜਾਂਦੇ ਆ ਤੇ ਉਹੀ ਚੀਜ਼ ਆ ਜਾਂਦੀ ਆ ਵੀ ਕਈ ਵਾਰ ਦੇਖ ਕੇ ਅਗਲਾ ਕਹਿੰਦਾ ਵੀ ਯਾਰ ਇੱਦਾਂ ਦਾ, ਬਟ ਮੇਰੇ ਹਿਸਾਬ ਨਾਲ ਵੀ ਮੈਂ ਇਹ ਚੀਜ਼ ਨੂੰ ਲੈ ਕੇ ਤਾਂ ਗੁੰਜਨ ਵੀ ਇਹ ਚੀਜ਼ ਨੂੰ ਲੈ ਕੇ ਵੀ ਅਸੀਂ ਸੋਚਦੇ ਨਹੀਂ ਹੈਗੇ। ਡਿਡ ਯੂ ਥਿੰਕ ਕਿ ਹੁਣ ਇਹ ਤੁਹਾਡਾ ਪਲੱਸ ਪੁਆਇੰਟ ਹੋ ਚੁੱਕਿਆ ਡਾਰਫ ਹੋਣਾ? ਪਲੱਸ ਪੁਆਇੰਟ ਹੋ ਚੁੱਕਿਆ ਕਿਉਂਕਿ ਜਿਹੜਾ ਇੱਕ ਨਾਰਮਲ ਹਾਈਟ ਵਾਲਾ ਨਾਰਮਲ ਕੰਡੀਸ਼ਨਸ ਜਿਨ੍ਹਾਂ ਦੀ ਸਿਚੁਏਸ਼ਨ ਹੈ ਉਹ ਚੀਜ਼ਾਂ ਉਹ ਨਹੀਂ ਕਰ ਪਾ ਰਹੇ ਜੋ ਤੁਸੀਂ ਕਰ ਰਹੇ ਹੋ ਆਪਣੀ ਲਾਈਫ ਦੇ ਵਿੱਚ। ਤੁਸੀਂ ਆਪਣੀ ਮਿਹਨਤ ਦੇ ਨਾਲ ਆਪਣਾ ਨਾਮ ਬਣਾਇਆ, ਤੁਸੀਂ ਕਾਫੀ ਮਤਲਬ ਬਾਲੀਵੁੱਡ ਇੰਡਸਟਰੀ ਦੇ ਵਿੱਚ ਇੱਕ ਤੁਹਾਡੀ ਵੱਖਰੀ ਪਛਾਣ ਹੈ ਸਿਰਫ ਤੁਹਾਡੀ ਇਹੀ ਪੋਜ਼ਿਟਿਵ ਥਿੰਕਿੰਗ ਕਰਕੇ। ਇਹ ਚੀਜ਼ ਕਿਉਂ ਲੈਂਦੇ ਤੁਸੀਂ? ਬਸ ਮੈਂ ਤਾਂ ਮੇਰਾ ਤਾਂ ਇਹੀ ਆ ਵੀ ਮੈਂ ਅੱਜ ਤੱਕ ਸੋਚਿਆ ਨਹੀਂ, ਜਦੋਂ ਮੈਂ ਸ਼ੁਰੂ ਕੀਤਾ ਸੀ ਨਾ, ਜਦੋਂ ਮੈਂ ਸਟਾਰਟਿੰਗ ਕੀਤੀ ਸੀਗੀ ਇੰਡਸਟਰੀ ਦੇ ਵਿੱਚ, ਤਾਂ ਮੈਂ ਉਦੋਂ ਜ਼ਰੂਰ ਸੋਚਦਾ ਸੀਗਾ ਵੀ ਯਾਰ ਵੀ ਮੈਂ ਬਾਹਰ ਨਿਕਲੂੰਗਾ ਤਾਂ ਮੈਨੂੰ ਕਿਵੇਂ ਦਾ ਫੀਲ ਹੋਊਗਾ, ਕਿਵੇਂ ਲੋਕ ਦੇਖਣਗੇ, ਕਿਵੇਂ ਮਤਲਬ ਕਿ ਇਹ ਚੀਜ਼ਾਂ ਮੈਂ ਫੇਸ ਵੀ ਕੀਤੀਆਂ ਹੋਈਆਂ ਇਹ ਚੀਜ਼ਾਂ, ਮੈਨੂੰ ਪਤਾ ਨਾ ਵੀ ਮੈਂ ਕਿੰਨੀਆਂ ਪ੍ਰੋਬਲਮਾਂ ਫੇਸ ਕੀਤੀਆਂ ਨੇ। ਮੈਂ ਮਤਲਬ ਕਿ ਬਾਹਰ ਜਾਂਦਾ ਨਹੀਂ ਸੀਗਾ, ਮੈਂ ਸਹੀ ਗੱਲ ਦੱਸਾਂ ਤਾਂ ਮੈਂ ਘਰੇ ਮੈਂ ਹੋਰ ਦੀ ਹੋਰ ਦੱਸੋ, ਮੈਂ ਆਪਣੇ ਰਿਲੇਟਿਵ ਦੀ ਕੋਈ ਮਤਲਬ ਕਿ ਕਿਸੇ ਦਾ ਕੋਈ ਫੰਕਸ਼ਨ ਹੁੰਦਾ ਸੀਗਾ ਮੈਂ ਉੱਥੇ ਨਹੀਂ ਸੀ ਜਾਂਦਾ, मतलब डरते थे, ਮੈਂ ਡਰਦਾ ਸੀਗਾ ਵੀ ਯਾਰ ਲੋਕ ਮਜ਼ਾਕ ਕਰਨਗੇ। ਪਰ ਮਤਲਬ ਕਿ ਅੱਜ ਮਤਲਬ ਕਿ ਮੇਰਾ ਐਵੇਂ ਆ ਵੀ ਮੈਂ ਚਾਹੇ ਮਤਲਬ ਕਿ ਮੈਨੂੰ ਕੋਈ ਮਤਲਬ ਕਿ ਜਿੰਨਾ ਮਰਜ਼ੀ ਕਰੂ ਹੋਵੇ, ਜਿੰਨਾ ਮਰਜ਼ੀ ਚਾਹੇ 2000 ਬੰਦਾ 3000 ਬੰਦਾ ਮੈਂ ਉਹਨਾਂ ਦੇ ਖੜ ਕੇ ਸਾਹਮਣੇ ਪਰਫਾਰਮੈਂਸ ਵੀ ਕਰਨ, ਮੈਨੂੰ ਕੋਈ ਉਹ ਨਹੀਂ ਹੈਗੀ, मतलब कि ਇੰਨਾ कॉन्फिडेंस आ गया। मतलब और मैं मतलब बताना चाहूँगी कि हम लोगों का एक YouTube चैनल है जो सत्ता गुंजन के नाम से ही है, सत्ता गुंजन के नाम से ही है, हम लोगों के खुद के नाम से। तो जो हम लोगों का मेन मोटिव है उस चैनल को बनाने का, तो हम लोग बस, अगर आप लोगों ने हमारे ब्लॉग्स भी देखे होंगे, नहीं देखे तो बिल्कुल देखे हैं, किसने नहीं देखे आपके ब्लॉग? तो मैं यही पूछना चाहूंगी कि उसका कंटेंट आप कैसे चूज करते हैं? तो मतलब हम हमारा जो मेन फोकस होता है ना उस कंटेंट में, वो यही होता है कि लोगों को ये बताने के लिए कि ऐसा कुछ भी काम नहीं है जो हम नहीं कर सकते। उसमें मैं कुकिंग करती हूँ, उसमें सत्ता ड्राइव करके दिखाता है, तो जो हम मतलब हमारा जो मेन इंटेंशन है वो सिर्फ डॉर्फिज्म को प्रमोट करना है, ताकि जो आगे के बच्चे हैं वो जिन चीज़ों से हम गो थ्रू कर रहे हैं, जो लोग रिएक्ट करते हैं हम लोगों को देख के, हमारे जो आगे के बच्चे हैं वो इन चीज़ों को ना मतलब उन लोगों को ये फेस ना करना पड़े, क्योंकि कुछ प्रॉब्लम है ही नहीं, तो फिर वो लोग क्यों फेस करें, है ना। इट्स लाइक कि बस लोगों को थोड़ा सा अवेयर करना है, तो वही हम लोग अवेयर करना है और हम लोग कोशिश कर रहे हैं, और सब लोग हमें बहुत प्यार भी दे रहे हैं उस चैनल पे। ਤੇ ਰਹੀ ਗੱਲ ਕੰਟੈਂਟ ਦੀ, ਹੁਣ ਕੰਟੈਂਟ ਬਾਰੇ ਜਿਵੇਂ ਤੁਸੀਂ ਪੁੱਛਿਆ, ਇਹ ਸਾਡਾ ਦੋਨਾਂ ਦਾ ਇੱਕ ਆਈਡੀਆ ਹੁੰਦਾ। ਗੁੰਜਨ ਨੇ ਕਹਿਤਾ ਮੇਰੇ ਦਿਮਾਗ 'ਚ ਨਹੀਂ ਕੁਝ ਚੱਲ ਰਿਹਾ, ਮੇਰੇ ਦਿਮਾਗ 'ਚ, ਸੱਤੇ ਦੇ ਦਿਮਾਗ 'ਚ ਕੁਝ ਨਹੀਂ ਚੱਲ ਰਿਹਾ, ਗੁੰਜਨ ਦੱਸ ਰਹੀ ਹੈ ਸੱਤਾ ਯਾਰ ਆਪਾਂ ਇਹਨੂੰ ਇਦਾਂ ਕਰਕੇ ਮੋਡੀਫਾਈ ਇਦਾਂ ਕਰ ਲੈਂਦੇ ਆ, ਇਹਨੂੰ ਆਪਾਂ ਇਦਾਂ ਸ਼ੂਟ ਕਰਦੇ ਆ। बस इंटेंशन हमारी यही होती है कि हमें लोगों को ये प्रूफ करना है कि हम नॉर्मल हैं। हाँ, मैं कुकिंग करती हूँ, सत्ता ड्राइव करते हैं हम लोग, जब दिल्ली जाते हैं बस हमारा मेन इंटेंशन कि सत्ता दिल्ली, अगर हम दिल्ली जा रहे हैं तो सत्ता ड्राइव कर रहे हैं कि सत्ता 5 आवर्स ड्राइव कर लेते हैं, मतलब सब कुछ नॉर्मल चल रहा है लाइफ में, सब कुछ नॉर्मल, ऐसा कुछ भी नहीं है। मतलब फाइनली कह सकते हैं कि हैप्पी मैरिड लाइफ चल रही है। ਬਿਲਕੁਲ ਚੱਲ ਰਹੀ ਹੈ ਜੀ। ਓਕੇ ਸੋ ਐਟ ਦਾ ਲਾਸਟ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਤੁਹਾਡੇ ਹੋਰ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਿਹੜੇ ਨਿਊ ਪ੍ਰੋਜੈਕਟ ਆਉਣ ਵਾਲੇ ਨੇ? ਜੇ ਅਦਰ ਆਪਾਂ ਦੈਨ ਯੂਰ ਫਿਲਮ, ਐਂਡ ਫਿਲਮ ਦਾ ਨਾਮ ਵੀ ਦੱਸ ਦਿਓ। ਫਿਲਮ ਦਾ ਨਾਮ ਤਾਂ ਹਜੇ ਮੈਂ ਮਤਲਬ ਕਿ ਦੱਸ ਨਹੀਂ ਸਕਦਾ, ਤੇ ਬਟ ਫਿਲਮ ਆ ਰਹੀ ਆ ਵਧੀਆ, ਬਾਲੀਵੁੱਡ ਹੈ, ਤੇ
ਹਾਂਜੀ ਤੇ ਬਾਲੀਵੁੱਡ 'ਚ ਕੰਮ ਬਹੁਤ ਕਰ ਲਿਆ, ਹੁਣ ਬਾਲੀਵੁੱਡ 'ਚ ਵੀ ਮੈਂ ਕਿਹਾ ਐਂਟਰੀ ਮਾਰੀਏ, ਫਿਰ ਵੀ ਮਤਲਬ ਪੰਜਾਬੀ ਪਹੁੰਚ ਗਏ ਹੈ ਫਿਰ। ਜੀ। ਤੇ ਹੁਣ ਉਸ ਤੋਂ ਬਾਅਦ ਜਿਵੇਂ ਆਪਾਂ ਪੰਜਾਬੀ ਸੌਂਗਸ ਦੀ ਗੱਲ ਕਰੀਏ, ਉਹ ਮੇਰੇ ਦਿਮਾਗ 'ਚ ਨਹੀਂ ਹੈਗਾ ਵੀ ਕਿੰਨੇ ਗਾ ਰਹੇ ਨੇ, ਮੈਨੂੰ ਪਤਾ ਨਹੀਂ। ਤੇ ਬਾਕੀ ਜੋ ਸਾਡਾ ਸ਼ਾਰਟਸ ਫਿਲਮ ਹੁੰਦੀਆਂ ਨੇ, ਜੋ ਸਾਡਾ ਆਪ ਦਾ ਚੈਨਲ ਹੈ, ਉਹਦੇ ਤੇ ਤਾਂ ਅਸੀਂ ਬੈਕ ਟੂ ਬੈਕ ਕਰਦੇ ਰਹਿੰਦੇ ਹਾਂ। ਓਕੇ ਜੀ। ਸੋ ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਨਵੀਂ ਫਿਲਮ ਆ ਰਹੀ ਹੈ ਜਾਂ ਤੁਹਾਡੇ ਸੌਂਗਸ ਆ ਰਹੇ ਨੇ, ਹਾਂਜੀ। ਇਸ ਸਾਲ ਕਾਫੀ ਸੁਪਰ ਡੂਪਰ ਹਿੱਟ ਹੋਣ Thank ਐਂਡ you. ਤੁਹਾਡਾ ਵਲੌਗਸ ਲੋਕੀ ਸਾਰੇ ਦੇਖਣ ਤੇ Thank ਦਰਸ਼ਕ you. ਤੁਹਾਨੂੰ ਐਵੇਂ ਹੀ ਪਿਆਰ ਜੀ ਦੇਣ। ਜੀ, ਸੋ thank ਥੈਂਕ you. ਯੂ ਸੋ ਮਚ। ਥੈਂਕ ਯੂ ਜੀ। थैंक यू।